ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ। ਕੀ ਹਾਲ ਹੈ ਜੀ? ਮਾਰੇ ਕਰੇ ਸਭ ਦੇ ਹਾਲ ਠੀਕ ਠਾਕ ਹੋਣ। ਤੇ ਵੀਡੀਓ ਬਣਾਉਣ ਜਾ ਰਹੇ ਹਾਂ ਜੀ, ਤੇ ਵੀਡੀਓ ਥੋੜੀ ਲੰਬੀ ਹੋਊਗੀ। ਟਰਾਈ ਕਰਿਓ ਵੀ ਐਂਡ ਤੱਕ ਦੇਖੋ। ਕੁਝ ਤੇ ਮੇਰੀ ਹੱਡ ਬੀਤੀ ਤੇ ਕੁਝ ਮੇਰੇ ਫਰੈਂਡਸ ਦੀ ਹੱਡ ਬੀਤੀ ਆ। ਝੂਠ ਵਿੱਚ ਕੁਝ ਨਹੀਂ ਹੈਗਾ, ਇਸ ਕਰਕੇ ਪੂਰੇ ਇੰਟਰਸਟ ਨਾਲ ਸਾਰੀ ਵੀਡੀਓ ਦੇਖੋ ਤਾਂ ਜੋ ਤੁਸੀਂ ਸਾਰੇ ਹਾਲਾਤਾਂ ਤੋਂ ਜਾਣੂ ਹੋ ਸਕੋ। ਅੱਗੇ ਵੀ ਜਦੋਂ ਮੈਂ ਬਾਰਡਰ 'ਤੇ ਗਿਆ ਵਰਕ ਪਰਮਿਟ ਲੈਣ, ਅਤੇ ਉਦੋਂ ਮੈਨੂੰ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਆਫਿਸਰ ਨੇ ਕੀ ਪੁੱਛਿਆ, ਕਿਹੜੇ ਸਵਾਲ ਪੁੱਛੇ, ਕੀ ਉਹਨਾਂ ਨੇ ਮੇਰੇ ਪੇਪਰ ਦੇਖੇ, ਹੋਰ ਜੋ ਵੀ ਮੇਰੇ ਨਾਲ ਉੱਥੇ ਜਿੱਦਾਂ ਵੀ ਮੇਰੇ ਨਾਲ ਵਾਪਰਿਆ ਉਹ ਸਾਰਾ ਤੁਹਾਡੇ ਨਾਲ ਮੈਂ ਅੱਜ ਜਿਹੜਾ ਪਿਕਚਰ ਆ ਉਹ ਕਲੀਅਰ ਕਰੂੰਗਾ ਜੀ। ਸਭ ਤੋਂ ਪਹਿਲੀ ਗੱਲ, ਮੈਨੂੰ ਜਿਹੜਾ ਵਰਕ ਪਰਮਿਟ ਜਿਹੜੀ LMI ਮਿਲੀ ਸੀ ਉਹ ਮਿਲੀ ਸੀ ਅਲਬਰਟਾ ਤੋਂ, ਐਡਮਿੰਟਨ ਸ਼ਹਿਰ ਤੋਂ। ਅਤੇ ਕਿਉਂਕਿ ਮੈਂ ਤਾਂ ਉਹ ਜਗ੍ਹਾ ਮੇਰੇ ਲਈ ਬਿਲਕੁਲ ਨਵੀਂ ਸੀਗੀ, ਅਤੇ ਜਿਹੜੇ ਏਜੰਟ ਨੇ, ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਮੈਨੂੰ ਇਹ ਵਰਕ ਪਰਮਿਟ ਦਵਾਇਆ ਸੀ, ਉਹਨੇ ਕਿਹਾ ਵੀ ਸਾਨੂੰ ਉੱਥੋਂ ਲੈਥਬ੍ਰਿਜ ਦਾ ਜਿਹੜਾ US ਦਾ ਬਾਰਡਰ ਜਿਹੜਾ ਲੈਥਬ੍ਰਿਜ ਦੇ ਵਿੱਚ ਪੈਂਦਾ ਆ, ਵੀ ਉਹੀ ਲਾਗੇ ਪੈਂਦਾ ਆ, ਅਤੇ ਉੱਥੇ ਹੀ ਉਹਨੇ ਜਾਣ ਦਾ ਡਿਸਾਈਡ ਕੀਤਾ, ਕਿਉਂਕਿ ਪਹਿਲਾਂ ਵੀ ਉਹ ਹੋਰ ਕਈ ਮੇਰੇ ਵਰਗਿਆਂ ਨੂੰ ਉੱਥੇ ਲੈ ਕੇ ਗਿਆ ਹੋਊਗਾ। ਚਲੋ ਐਨੀਵੇ, ਅਤੇ ਲੈਥਬ੍ਰਿਜ ਦੇ ਬਾਰਡਰ 'ਤੇ ਜਾਣ ਦਾ ਡਿਸਾਈਡ ਕੀਤਾ ਉਹਨਾਂ ਨੇ, ਅਤੇ ਅਸੀਂ ਅਰਲੀ ਮਾਰਨਿੰਗ 3 ਵਜੇ ਤੁਰੇ, ਅਤੇ ਅਸੀਂ ਉੱਥੇ ਮੈਨੂੰ ਲੱਗਦਾ ਵੀ ਸਵੇਰੇ ਪਹਿਲੇ ਟਾਈਮ ਪਹੁੰਚ ਗਏ ਸੀ, ਮਤਲਬ 8:30 ਸ਼ਾਇਦ 8:30 ਸ਼ਾਇਦ ਪਹੁੰਚ ਗਏ। ਅਤੇ ਕਿਉਂਕਿ ਬਾਰਡਰ ਤਾਂ ਮੇਰੇ ਖਿਆਲ 24 ਘੰਟੇ ਖੁੱਲ੍ਹੇ ਰਹਿੰਦੇ ਜਿੱਥੇ ਤੱਕ ਮੇਰਾ ਖਿਆਲ ਆ, ਮੇਬੀ ਮੈਂ ਗਲਤ ਵੀ ਹੋਵਾਂ, ਪਰ ਐਨੀਵੇ ਸਾਡੇ ਜਾਂਦੇ ਨੂੰ ਅਫਸਰ ਬੈਠੇ ਸੀ ਉੱਥੇ। ਅਤੇ ਜਦੋਂ ਅਸੀਂ ਪਹੁੰਚੇ ਹਾਂ, ਅਤੇ ਅਸੀਂ 2 ਜਣੇ ਗਏ ਸੀ, ਮੇਰੇ ਨਾਲ ਇੱਕ ਕੁੜੀ ਸੀਗੀ, ਉਹਨੇ ਵੀ ਵਰਕ ਪਰਮਿਟ ਲੈਣਾ ਸੀਗਾ। ਅਤੇ ਅਸੀਂ ਉੱਥੇ ਪਹੁੰਚੇ ਹਾਂ ਸਵੇਰੇ, ਅਤੇ ਉਹਨੇ ਜਿਹੜਾ ਸਾਡਾ ਏਜੰਟ ਸੀਗਾ ਉਹਨੇ ਸਾਨੂੰ ਦੱਸਿਆ ਵੀ ਤੁਸੀਂ ਇੱਧਰ ਦੀ ਜਾਓ, ਜਿਹੜਾ US ਦਾ ਬਾਰਡਰ ਸੀਗਾ ਸਾਡੇ ਲੈਥਬ੍ਰਿਜ ਵਾਲਾ, ਵੀ ਤੁਸੀਂ ਕੈਨੇਡਾ ਦੀ ਹੱਦ ਨੂੰ ਇੱਦਾਂ ਪਾਰ ਕਰਕੇ US ਵੱਲ ਜਾਓ, ਅਤੇ US ਵਾਲਿਆਂ ਨੂੰ ਫਿਰ ਤੁਸੀਂ ਆਪਣਾ ਪਾਸਪੋਰਟ ਦੇ ਦਿਓ, ਉਹਨਾਂ ਨੂੰ ਦੱਸਿਓ ਵੀ ਅਸੀਂ ਫਲੈਗ ਪੋਲਿੰਗ ਲਈ ਆਏ ਹਾਂ, ਅਤੇ ਉਹ ਫਿਰ ਤੁਹਾਨੂੰ ਆਪਣੀ ਕਾਗਜ਼ ਕਾਰਵਾਈ ਕਰਕੇ ਅਤੇ ਕਹਿ ਦੇਣਗੇ ਵੀ ਤੁਸੀਂ ਹੁਣ ਇੱਧਰ ਦੀ ਦੁਬਾਰਾ ਕੈਨੇਡਾ ਦੇ ਵਿੱਚ ਐਂਟਰ ਕਰ ਜਾਓ। ਉਹ ਬਸ ਉਹ ਜਿਹੜਾ ਬਾਰਡਰ ਹੁੰਦਾ ਉਹ ਸਾਂਝਾ ਹੁੰਦਾ ਹੈ, ਬਿਲਡਿੰਗ ਬਣੀ ਹੁੰਦੀ ਹੈ, ਇੱਧਰਲੇ ਬੰਨੇ ਕੈਨੇਡਾ ਦੀ ਹੁੰਦੀ ਹੈ, ਦੂਜੇ ਬੰਨੇ ਆਪਣੇ ਅਮਰੀਕਾ ਦੀ ਹੁੰਦੀ ਹੈ, ਅਤੇ ਆਪਾਂ ਉਹ ਜਿੱਦਾਂ ਟੋਲ ਟੈਕਸ ਦੇ ਉੱਤੇ ਉਹ ਲੱਗਾ ਹੁੰਦਾ ਆ ਡੰਡਾ ਜਿਹਾ, ਅਤੇ ਉਹਨੂੰ ਪਾਰ ਕਰਕੇ ਆਪਾਂ ਅਮਰੀਕਾ 'ਚ ਐਂਟਰ ਕਰਦੇ ਹਾਂ, ਨਾਲ ਹੀ ਉਹਨਾਂ ਦੀ ਬਿਲਡਿੰਗ ਦੇ ਵਿੱਚ ਐਂਟਰ ਕਰ ਜਾਂਦੇ ਹਾਂ। ਅਤੇ ਐਂਟਰ ਕਰਕੇ ਅਤੇ ਉਹਨਾਂ ਨੂੰ ਦੱਸਦੇ ਹਾਂ ਵੀ ਫਲੈਗ ਪੋਲਿੰਗ ਲਈ ਅਸੀਂ ਆਏ ਹਾਂ। ਉਹ ਆਪਣੀ ਪੇਪਰ ਕਾਰਵਾਈ ਜੀ ਕਰਕੇ ਅਤੇ ਆਪਾਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਇੱਧਰ ਦੇ ਨਿਕਲ ਜਾਓ, ਅਤੇ ਇੱਥੋਂ ਜਾ ਕੇ ਤੁਸੀਂ ਆਪਣੇ ਕੈਨੇਡਾ ਦੇ ਵਿੱਚ ਐਂਟਰ ਕਰ ਜਾਓ। ਅਸੀਂ ਇੱਦਾਂ ਹੀ ਕੀਤਾ ਜੀ, ਅਸੀਂ ਆਪਣਾ ਸਾਰਾ ਅਮਰੀਕਾ ਵਾਲਿਆਂ ਨੂੰ ਪਾਸਪੋਰਟ ਦਿੱਤਾ, ਉਹਨਾਂ ਨੇ ਕਿਹਾ ਸਾਨੂੰ ਵੇਟ ਕਰ ਲਓ। ਵੇਟ ਕੀਤੀ, ਦੱਸਤਾ ਉਹਨਾਂ ਨੂੰ ਫਲੈਗ ਪੋਲਿੰਗ ਲਈ ਅਸੀਂ ਆਏ ਹਾਂ, ਅਤੇ ਵੀ ਅਸੀਂ ਫਲੈਗ ਪੋਲਿੰਗ ਲਈ ਆਏ ਹਾਂ। ਸੌਰੀ, ਵਿੱਚ ਕਾਲ ਆ ਗਈ ਸੀ, ਹੋ ਸਕਦਾ ਤੁਹਾਨੂੰ ਆਵਾਜ਼ ਕੱਟੀ ਗਈ ਹੋਵੇ। ਐਨੀਵੇ, ਅਸੀਂ ਉਹਨਾਂ ਨੂੰ US ਵਾਲਿਆਂ ਨੂੰ ਦੱਸਿਆ ਵੀ ਅਸੀਂ ਫਲੈਗ ਪੋਲਿੰਗ ਲਈ ਆਏ ਹਾਂ। ਉਹਨਾਂ ਨੇ ਪਾਸਪੋਰਟ ਲੈ ਲਏ ਸਾਡੇ ਕੋਲੋਂ, ਪੁੱਛਿਆ ਸਾਨੂੰ ਕੁਛ ਨਹੀਂ ਉਹਨਾਂ ਨੇ, ਅਤੇ ਉਹਨਾਂ ਨੇ ਦੱਸਤਾ ਵੀ ਬਹਿ ਜਾਓ, ਤੁਹਾਨੂੰ ਆਵਾਜ਼ ਮਾਰਾਂਗੇ। ਉਹਨਾਂ ਨੇ ਆਵਾਜ਼ ਮਾਰੀ, ਉਹਨਾਂ ਨੇ ਪਾਸਪੋਰਟ ਸਾਨੂੰ ਵਾਪਸ ਕਰਤੇ ਨੇ, ਅਤੇ ਉਹਨਾਂ ਨੇ ਇਹ ਜ਼ਰੂਰ ਦੱਸਿਆ ਵੀ ਇੱਧਰ ਦੀ ਲੰਘ ਜਾਓ ਅਤੇ ਤੁਸੀਂ ਦੁਬਾਰਾ ਕੈਨੇਡਾ ਐਂਟਰ ਕਰ ਜਾਓਗੇ। ਅਸੀਂ ਉਹਨਾਂ ਦੇ ਬਿਲਡਿੰਗ ਦੇ ਵਿੱਚੋਂ ਹੀ ਲੰਘ ਕੇ ਅਤੇ ਦੁਬਾਰਾ ਫੇਰ ਕੈਨੇਡਾ 'ਚ ਐਂਟਰ ਕਰ ਗਏ। ਐਂਟਰ ਕਰਕੇ ਜਿਹੜਾ ਉਹ ਬਾਰਡਰ ਵਾਲਿਆਂ ਨੂੰ ਦੱਸਿਆ ਸੀ ਵੀ ਜਿਹੜਾ ਕੈਨੇਡਾ ਬਾਰਡਰ ਵਾਲਾ ਸੀਗਾ ਉਹਨੂੰ ਅਸੀਂ ਦੱਸਿਆ ਵੀ ਅਸੀਂ ਇੱਦਾਂ ਫਲੈਗ ਪੋਲਿੰਗ ਕਰਕੇ ਆਏ ਹਾਂ। ਉਹਨੇ ਕਿਹਾ ਤੁਸੀਂ ਆਹ ਬਿਲਡਿੰਗ ਚੱਲ ਜਾਓ, ਅਤੇ ਫਿਰ ਅਸੀਂ ਕੈਨੇਡਾ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਦੀ ਬਾਰਡਰ 'ਤੇ ਬਿਲਡਿੰਗ ਸੀਗੀ ਉਹਦੇ ਵਿੱਚ ਐਂਟਰ ਕਰ ਗਏ, ਜਿੱਥੋਂ ਆਪਾਂ ਵਰਕ ਪਰਮਿਟ ਲੈਣਾ ਸੀ, ਜਿੱਥੇ ਇਮੀਗ੍ਰੇਸ਼ਨ ਆਫਿਸਰ ਨੇ ਸਾਡੀ ਇੰਟਰਵਿਊ ਲੈਣੀ ਸੀ। ਅਤੇ ਅਸੀਂ ਜਾ ਕੇ ਉੱਥੇ ਬਹਿ ਗਏ ਹਾਂ, ਅਤੇ ਜਿਹੜਾ ਸਾਡਾ ਏਜੰਟ ਸੀਗਾ ਉਹਨੇ ਸਾਨੂੰ ਪਹਿਲਾਂ ਹੀ ਦੱਸਤਾ ਸੀਗਾ ਵੀ ਤੁਸੀਂ ਚੱਲ ਜਾਓ, ਜਦੋਂ ਤੁਸੀਂ ਆਓਗੇ ਅੰਦਰ US ਵੱਲ ਦੀ, ਅਮਰੀਕਾ ਵੱਲ ਦੀ ਘੁੰਮ ਕੇ, ਅਤੇ ਮੈਂ ਉਦੋਂ ਆ ਜਾਊਂਗਾ ਅੰਦਰ, ਪਰ ਮੈਂ ਤੁਹਾਡੇ ਨਾਲ ਨਹੀਂ ਜਾਣਾ। ਉਹਨੇ ਸਾਨੂੰ ਪਹਿਲਾਂ ਹੀ ਨਾ ਕਰਤੀ ਸੀ। ਕਹਿੰਦਾ ਹਾਂ, ਇਨ ਕੇਸ ਵੀ ਉਹ ਤੁਹਾਨੂੰ ਵੀਜ਼ਾ ਵਰਕ ਪਰਮਿਟ ਨਹੀਂ ਦਿੰਦੇ ਅਤੇ ਕੋਈ ਗੱਲ ਨਹੀਂ, ਉਹਦੇ ਨਾਲ ਬਹਿਸਿਓ ਨਾ, ਉਹਨਾਂ ਨੂੰ ਕੁਛ ਨਾ ਕਿਹੋ, ਵੀ ਆਪਾਂ ਦੁਬਾਰਾ ਆਵਾਂਗੇ, ਅਤੇ ਜਿਹੜੇ ਓਬਜੈਕਸ਼ਨ ਲਾਉਣਗੇ ਫਿਰ ਆਪਾਂ ਉਹਨਾਂ ਨੂੰ ਦੂਰ ਕਰਕੇ ਅਤੇ ਦੁਬਾਰਾ ਲੈ ਜਾਵਾਂਗੇ ਵਰਕ ਪਰਮਿਟ। ਇੰਨੀ ਗੱਲ ਉਹਨੇ ਸਾਨੂੰ ਕਹੀ ਸੀ ਵੀ ਮੈਂ ਤੁਹਾਡੇ ਨਾਲ ਨਹੀਂ ਆਉਣਾ, ਅਤੇ ਤੁਸੀਂ ਆਪ ਹੀ ਜਾਣਾ ਇਕੱਲਿਆਂ ਲੈ ਕੇ। ਐਨੀਵੇ,
ਅਸੀਂ ਆ ਕੇ ਬਹਿ ਗਏ ਅਤੇ ਅਸੀਂ ਜਾ ਕੇ ਉੱਥੇ ਆਪਣਾ ਬਹਿਣ ਤੋਂ ਪਹਿਲਾਂ ਅਸੀਂ ਦੱਸਤਾ, ਜਿਹੜੇ ਡੈਸਕ ਦੇ ਉੱਤੇ ਬੈਠੇ ਸੀ ਆਫਿਸਰ, ਵੀ ਅਸੀਂ ਇੱਦਾਂ ਫਲੈਗ ਪੋਲਿੰਗ ਕਰ ਆਏ ਹਾਂ ਅਤੇ ਅਸੀਂ ਵਰਕ ਪਰਮਿਟ ਲਈ ਆਏ ਹਾਂ। ਉਹਨਾਂ ਨੇ ਸਾਡਾ ਨਾਮ ਲਿਖ ਲਿਆ ਸੀਗਾ ਅਤੇ ਫਿਰ ਅਸੀਂ ਆ ਕੇ ਦੋਵੇਂ ਜਣੇ, ਜਿਹੜੀ ਕੁੜੀ ਮੇਰੇ ਨਾਲ ਗਈ ਸੀ ਅਤੇ ਮੈਂ, ਅਸੀਂ ਫਿਰ ਆ ਕੇ ਬਹਿ ਗਏ ਉੱਥੇ। ਬਹਿਣ ਤੋਂ ਬਾਅਦ ਫਿਰ ਉਹਨਾਂ ਨੇ ਵਾਹਵਾ, ਕਿਉਂਕਿ ਉਦੋਂ ਸਵੇਰੇ ਇੰਨਾ ਰਸ਼ ਹੈ ਨਹੀਂ ਸੀ, ਮੇਰੇ ਖਿਆਲ ਅਸੀਂ 4-5 ਬੰਦੇ ਸੀਗੇ ਜਿਹੜੇ ਵਰਕ ਪਰਮਿਟ ਲਈ ਆਏ ਸੀ ਅਤੇ ਮੇਰੇ ਖਿਆਲ ਦੂਜਾ ਹੀ ਨੰਬਰ ਮੇਰਾ ਸੀਗਾ। ਅਤੇ ਉਹਨਾਂ ਨੇ ਪੌਣੇ ਘੰਟੇ ਬਾਅਦ ਆਵਾਜ਼ ਮਾਰੀ ਮੈਨੂੰ, ਮੇਰਾ ਨਾਮ ਲੈ ਕੇ, ਅਤੇ ਮੈਂ ਆਪਣੇ ਪੇਪਰ ਸਾਰੇ ਪਹਿਲਾਂ ਰੈਡੀ ਰੱਖੇ ਹੋਏ ਸੀ, ਫਾਈਲ ਮੈਂ ਲੈ ਕੇ ਗਿਆ ਸੀ ਘਰੋਂ, ਅਤੇ ਮੈਂ ਗਿਆ, ਮੈਂ ਉਹਨੂੰ ਵਿਸ਼ ਕੀਤੀ, ਹੈਲੋ ਕਿਹਾ, ਗੋਰਾ ਸੀਗਾ ਉਹ, ਅਤੇ ਉਹਨੇ ਮੈਨੂੰ ਪੁੱਛਿਆ ਵੀ ਅੰਗਰੇਜ਼ੀ 'ਚ ਉਹਨੇ ਮੈਨੂੰ ਪੁੱਛਿਆ ਵੀ ਤੂੰ ਇੱਥੇ ਵੀ ਆਹ ਪ੍ਰੋਗਰਾਮ ਦੇ ਅੰਡਰ ਤੂੰ ਆਇਆ ਇੱਥੇ। ਮੈਨੂੰ ਤਾਂ ਪਤਾ ਨਹੀਂ ਸੀ ਵੀ ਕਿਹੜੇ ਪ੍ਰੋਗਰਾਮ ਦੇ ਅੰਡਰ, ਕਿਉਂਕਿ ਆਪਾਂ ਨੂੰ ਤਾਂ ਸਿੰਪਲ ਪਤਾ ਆਮ ਬੰਦੇ ਨੇ ਵੀ ਮੈਂ ਤਾਂ ਵਰਕ ਪਰਮਿਟ ਲੈਣਾ ਆਇਆ ਯਾਰ। ਉਹ ਮੈਨੂੰ ਕਹਿੰਦਾ ਵੀ ਤੂੰ, ਬੜੀ ਹਾਸੇ ਵਾਲੀ ਗੱਲ ਹੈ ਮੇਰੇ ਨਾਲ ਹੋਈ ਉੱਥੇ, ਕਹਿੰਦਾ ਵੀ ਤੂੰ ਇੱਥੇ ਕਿਹੜੇ ਪ੍ਰੋਗਰਾਮ ਦੇ ਅੰਡਰ ਆਇਆ, ਕਿਉਂਕਿ ਉਦੋਂ ਟਰੱਕ ਡਰਾਈਵਿੰਗ 'ਚ ਜਦੋਂ ਆਪਾਂ ਲਾਇਸੈਂਸ ਲੈਂਦੇ ਹਾਂ, ਉਦੋਂ ਨਵਾਂ ਟਰੱਕ ਡਰਾਈਵਿੰਗ ਦੇ ਵਿੱਚ ਮੈਲਟ ਪ੍ਰੋਗਰਾਮ ਚੱਲਿਆ ਸੀ ਇੱਕ, ਜਿਹਦੇ ਵਿੱਚ ਇਹ ਗੌਰਮੈਂਟ ਨੇ ਜ਼ਰੂਰੀ ਕਰਤਾ ਸੀ ਵੀ ਇੰਨੇ ਘੰਟੇ ਤੁਹਾਡੇ ਡਰਾਈਵਿੰਗ ਦਾ ਐਕਸਪੀਰੀਅੰਸ ਹੋਣਾ ਹੀ ਚਾਹੀਦਾ ਆ, ਫਿਰ ਤੁਹਾਨੂੰ ਲਾਇਸੈਂਸ ਟਰੱਕ ਦਾ ਮਿਲੂਗਾ। ਇਸੇ ਕਰਕੇ ਟਰੱਕ ਵਾਲਿਆਂ ਨੇ ਉਦੋਂ 2-2000 ਤੋਂ ਲੈ ਕੇ, ਉਹ ਪਹਿਲਾਂ 2000 ਚੱਲਦੀ ਸੀ ਫੀਸ ਟਰੱਕ ਡਰਾਈਵਰ ਦੀ, ਜਿਹੜੀ ਲਾਇਸੈਂਸ ਦੀ ਸਕੂਲ ਵਾਲੇ ਫੀਸ ਲੈਂਦੇ ਸੀ, ਅਤੇ ਮੈਲਟ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੇ 6-6, 8-8 ਹਜ਼ਾਰ ਕਰਤੀ ਸੀ, ਕਿਉਂਕਿ ਫਿਰ ਇੰਨੇ ਘੰਟੇ ਇੱਕ ਬੰਦੇ ਨੂੰ ਟਰੱਕ ਚਲਾਉਣਾ ਪੈਂਦਾ ਸੀ ਅਤੇ ਤੇਲ ਬਹੁਤ ਫੁੱਕਦਾ ਸੀ, ਇਸ ਕਰਕੇ ਲਾਇਸੈਂਸ ਮਹਿੰਗੇ ਹੋ ਗਏ ਸੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ। ਅੱਛਾ, ਮੈਨੂੰ ਤਾਂ ਉਹੀ ਪ੍ਰੋਗਰਾਮ ਦਾ ਇੱਕ ਪਤਾ ਸੀ, ਅਤੇ ਉਹ ਮੈਨੂੰ ਕਹਿੰਦਾ ਵੀ ਤੂੰ ਕਿਹੜੇ ਪ੍ਰੋਗਰਾਮ ਦੇ ਅੰਡਰ ਆਇਆ। ਮੈਂ ਕਿਹਾ ਵੀ ਸ਼ਾਇਦ ਉਹ ਟਰੱਕ ਦਾ ਵਾਲਾ ਪੁੱਛਦਾ ਹੋਵੇ। ਮੈਂ ਕਿਹਾ ਵੀ ਮੈਂ ਤਾਂ ਮੈਲਟ ਪ੍ਰੋਗਰਾਮ ਦੇ ਅੰਡਰ ਆਇਆ। ਅਤੇ ਗੋਰਾ ਵੀ ਹੱਸਣ ਲੱਗ ਪਿਆ, ਅਤੇ ਮੇਰਾ ਵੀ ਥੋੜ੍ਹਾ ਹਾਸਾ ਜਿਹਾ ਨਿਕਲ ਗਿਆ, ਅਤੇ ਕਹਿੰਦਾ, ਉਹਨੇ ਫਿਰ ਥੋੜ੍ਹਾ ਜਿਹਾ ਔਖੇ ਜਿਹੇ ਹੋ ਕੇ ਪੁੱਛਿਆ ਮੈਨੂੰ ਵੀ ਤੈਨੂੰ ਇਹੀ ਨਹੀਂ ਪਤਾ ਤੂੰ ਕਿਹੜੇ ਪ੍ਰੋਗਰਾਮ ਦੇ ਅੰਡਰ ਆਇਆ। ਮੈਂ ਕਿਹਾ ਵੀ ਮੈਨੂੰ ਪ੍ਰੋਗਰਾਮ ਤਾਂ ਕੋਈ ਨਹੀਂ ਪਤਾ, ਪਰ ਮੈਂ ਤਾਂ ਇੱਥੇ ਵਰਕ ਪਰਮਿਟ ਲੈਣ ਆਇਆ। ਅਤੇ ਉਹ ਕਹਿੰਦਾ ਇਹੀ ਤਾਂ ਤੇਰੇ ਤੋਂ ਮੈਂ ਪੁੱਛਣਾ ਚਾਹੁੰਦਾ ਵੀ ਤੂੰ ਕਿਹੜੇ ਪ੍ਰੋਗਰਾਮ ਦੇ ਅੰਡਰ। ਮੈਂ ਕਿਹਾ ਵੀ ਮੈਨੂੰ ਪ੍ਰੋਗਰਾਮ ਕਰਕੇ ਕਨਫਿਊਜ਼ਨ ਹੋ ਗਈ, ਵੀ ਅਦਰਵਾਈਜ਼ ਜੇ ਤੁਸੀਂ ਮੈਨੂੰ ਇਹ ਪੁੱਛਦੇ ਵੀ ਕੀ ਕਰਨਾ ਆਇਆ ਇੱਥੇ, ਤਾਂ ਮੈਂ ਸ਼ਾਇਦ ਤੁਹਾਨੂੰ ਇਹ ਜਵਾਬ ਦੇ ਦਿੰਦਾ ਵੀ ਮੈਂ ਵਰਕ ਪਰਮਿਟ ਲੈਣ ਆਇਆ। ਕਹਿੰਦਾ ਤੈਨੂੰ ਪਤਾ ਵੀ ਤੂੰ ਜਿਹੜੇ ਗੱਲ ਦਾ ਮੇਰੇ ਜਵਾਬ ਨਹੀਂ ਦਿੱਤਾ, ਤੈਨੂੰ ਮੈਂ ਹੁਣੇ ਹੀ ਇਸੇ ਵੇਲੇ ਤੇਰਾ ਵਰਕ ਪਰਮਿਟ ਰਿਜੈਕਟ ਕਰ ਸਕਦਾ। ਜਦੋਂ ਉਹਨੇ ਮੈਨੂੰ ਇੰਨੀ ਗੱਲ ਕਹੀ ਤਾਂ ਮੈਂ ਚੁੱਪ ਕਰ ਗਿਆ, ਮੈਂ ਨਹੀਂ ਬੋਲਿਆ ਕੁਛ। ਅਤੇ ਉਹ ਥੋੜ੍ਹੀ ਦੇਰ ਉਹ 10-15 ਸਕਿੰਟ ਮੇਰੇ ਮੂੰਹ ਵੱਲ ਦੇਖਦਾ ਰਿਹਾ, ਮੈਂ ਕੁਛ ਨਹੀਂ ਬੋਲਿਆ। ਅਤੇ ਥੋੜ੍ਹੀ ਦੇਰ ਬਾਅਦ ਫਿਰ ਉਹਨੇ ਮੇਰੇ ਪੇਪਰ ਮੰਗੇ, ਮੈਨੂੰ ਕਹਿੰਦਾ ਮੈਨੂੰ ਸਾਰੇ ਪੇਪਰ ਆਪਣੇ ਦੇ ਦੇ। ਮੇਰੇ ਕੋਲ ਜਿੰਨੇ ਪੇਪਰ ਸੀਗੇ, ਮੇਰੇ ਐਜੂਕੇਸ਼ਨ ਦੇ, LMI ਦੇ ਜਿੰਨੇ ਸੀਗੇ, ਜਿਹੜੀਆਂ ਵਰਕ ਪਰਮਿਟ ਦੇ ਜਿੰਨੇ ਪੇਪਰ ਸੀਗੇ, ਅਤੇ ਮੇਰੇ ਐਕਸਪੀਰੀਅੰਸ ਦੇ ਜਿੰਨੇ ਸੀਗੇ ਪੇਪਰ, ਜਿਹੜੀ ਮੈਂ ਟਰੱਕ ਦੀ ਜੋਬ ਕੀਤੀ ਸੀ ਇੰਡੀਆ ਦੇ ਵਿੱਚ, ਅਤੇ ਜਿਹੜੀਆਂ ਉਹਦੀਆਂ ਸੈਲਰੀ ਸਲਿੱਪਾਂ ਸੀਗੀਆਂ ਕੈਸ਼ ਦੀਆਂ, ਉਹ ਸਾਰੀਆਂ ਮੈਂ ਉਹਨੂੰ ਦੇ ਦਿੱਤੀਆਂ। ਜਦੋਂ ਮੈਂ ਉਹਨੂੰ ਸੈਲਰੀ ਸਲਿੱਪਾਂ ਦੇ ਦਿੱਤੀਆਂ, ਉਹ ਮੈਨੂੰ ਕਹਿੰਦਾ ਹੁਣ ਤੂੰ ਜਾ ਕੇ ਬਹਿ ਜਾ। ਫਿਰ ਮੈਂ ਥੋੜ੍ਹੀ ਦੇਰ ਜਾ ਕੇ ਬਹਿ ਗਿਆ, ਅਤੇ ਉਹਨੇ ਇਨ ਦੀ ਮੇਨ ਟਾਈਮ ਜਿਹੜੀਆਂ ਸਾਰੇ ਮੇਰੇ ਪੇਪਰ ਸੀਗੇ ਸਕੈਨ ਕੀਤੇ। ਸਕੈਨ ਕਰਨ ਤੋਂ ਬਾਅਦ ਉਹਨੇ ਮੈਨੂੰ ਫਿਰ ਇੱਦਾਂ ਇਸ਼ਾਰਾ ਕੀਤਾ, ਅਤੇ ਮੈਂ ਉੱਠ ਕੇ ਫਿਰ ਉਹਦੇ ਕੋਲ ਚਲੇ ਗਿਆ। ਅਤੇ ਫਿਰ ਮੈਂ ਖੜ੍ਹਾ ਰਿਹਾ ਕੋਈ ਚੰਦ ਕੁ ਸਕਿੰਟ, ਕੋਈ 10-15 ਸਕਿੰਟ ਮੈਂ ਖੜ੍ਹਾ ਰਿਹਾ। ਫਿਰ ਮੈਨੂੰ ਕਹਿੰਦਾ ਵੀ ਇਹ ਜਿਹੜੀ ਤੂੰ LMI ਲੈ ਕੇ ਮੇਰੇ ਕੋਲ ਆਇਆ, ਜਿਹੜਾ ਤੂੰ ਵਰਕ ਪਰਮਿਟ ਲੈਣਾ ਆਇਆ, ਇਸ LMI ਦਾ ਤੈਨੂੰ ਕਿੱਦਾਂ ਪਤਾ ਲੱਗਾ। ਮੈਂ ਕਿਹਾ ਜੀ ਵੀ ਮੇਰੀ ਜਿਹੜੇ ਫਰੈਂਡ ਦੀ ਵਾਈਫ ਆ, ਉਹ ਸੈਲੂਨ 'ਤੇ ਕੰਮ ਕਰਦੇ ਨੇ ਐਡਮਿੰਟਨ ਦੇ ਵਿੱਚ, ਅਤੇ ਇਹ ਜਿਹੜੇ ਕੰਪਨੀ ਦੇ ਮਾਲਕ ਹੈਗੇ ਨੇ, ਉਹਦੀ ਜਿਹੜੀ ਵਾਈਫ ਆ ਉਹ ਸੈਲੂਨ 'ਤੇ ਜਾਂਦੇ ਆ, ਅਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਹਸਬੈਂਡ ਦੀ ਟਰੱਕ ਕੰਪਨੀ ਆ, ਅਤੇ ਉਹਨਾਂ ਨੂੰ ਡਰਾਈਵਰਸ ਦੀ ਲੋੜ ਆ, ਅਤੇ ਉਹਨਾਂ ਕੋਲ LMI ਰੜੀ ਪਈਆਂ ਨੇ ਵੀ ਉਹਨਾਂ ਨੂੰ ਡਰਾਈਵਰ ਨਹੀਂ ਲੱਭ ਰਹੇ। ਅਤੇ ਫਿਰ ਜਿਹੜੀ ਮੇਰੀ ਭਾਬੀ ਸੀਗੀ, ਉਹਨਾਂ ਨੇ ਉਹਨੂੰ ਕਿਹਾ ਵੀ ਮੇਰਾ ਵੀ ਬ੍ਰਦਰ ਇਨ ਲਾਅ ਹੈਗਾ ਆ, ਦਿਓਰ ਹੈਗਾ ਮੇਰਾ, ਵੀ ਉਹਨੇ ਵੀ ਉਹ ਵੀ
ਟਰੱਕ ਡਰਾਈਵਰ ਦੀ ਜੌਬ ਤੇ LMI ਲੱਭਦਾ ਫਿਰਦਾ ਵੀ ਉਹ ਨੀਡੀ ਹੈਗਾ ਆ, ਵੀ ਜੇ ਤੁਸੀਂ ਕਹੋ ਤਾਂ ਮੈਂ ਉਹਨੂੰ ਬੁਲਾ ਲਵਾਂ ਜਾਂ ਮੈਂ ਉਹਨੂੰ ਦੱਸ ਦੇਵਾਂ ਤੁਹਾਡੇ ਬਾਰੇ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ। ਤੇ ਉਹ ਕਹਿੰਦੇ ਠੀਕ ਹੈ ਜੀ। ਉਹਨਾਂ ਨੇ ਫਿਰ ਭਾਬੀ ਨੇ ਮੈਨੂੰ ਫੋਨ ਕਰਕੇ ਇਹਨਾਂ ਦਾ ਨੰਬਰ ਦੇ ਦਿੱਤਾ ਤੇ ਮੈਂ ਕਿਹਾ ਜੀ ਇੱਦਾਂ ਮਤਲਬ ਮੈਨੂੰ ਇਹਨਾਂ ਬਾਰੇ ਪਤਾ ਲੱਗਾ। ਫਿਰ ਉਹ ਕਹਿੰਦਾ ਵੀ ਤੂੰ ਜਿੱਦਾਂ ਅੱਜ ਮੇਰੇ ਕੋਲ ਆਇਆ LMI ਲੈਣ, ਵਰਕ ਪਰਮਿਟ ਲੈਣ ਮੇਰੇ ਕੋਲ ਆਇਆ, ਤੂੰ ਵੀ ਉਦੋਂ ਪਹਿਲਾਂ ਤੂੰ ਇਹ ਕੰਪਨੀ ਵਾਲਿਆਂ ਨੂੰ ਕਦੇ ਮਿਲਿਆ ਜਾ ਕੇ, ਵੀ ਤੂੰ ਦੇਖਿਆ ਵੀ ਕਿੱਦਾਂ ਦੇ ਜਾਂ ਕਿੱਦਾਂ ਦੀ ਕੰਪਨੀ ਆ ਕਿੱਦਾਂ ਦੇ ਨਹੀਂ, ਵੀ ਮੂੰਹੋਂ ਕਦੇ ਮਿਲਿਆ? ਮੈਂ ਕਿਹਾ ਜੀ ਹਾਂ, ਵੀ ਮੈਂ 2 ਦਿਨ ਪਹਿਲਾਂ ਹੀ ਐਡਮਿੰਟਨ ਆਇਆ ਸੀਗਾ ਅਤੇ ਮੈਂ ਉਹਨਾਂ ਨੂੰ ਪਹਿਲਾਂ ਮਿਲਿਆ, ਗੱਲਬਾਤ ਕੀਤੀ ਆ ਅਤੇ ਮੈਂ ਫਿਰ ਹੀ ਇੱਥੇ ਤੁਹਾਡੇ ਕੋਲ ਵਰਕ ਪਰਮਿਟ ਲੈਣ ਆਇਆ। ਮੈਂ ਸਾਰਾ ਕੁਛ ਆਪਣੇ ਵੱਲੋਂ ਮੈਂ ਸਾਰਾ ਕੁਛ ਦੇਖ ਲਿਆ, ਮੈਨੂੰ ਚੰਗਾ ਲੱਗਾ ਅਤੇ ਮੈਂ ਤਾਂ ਹੀ ਆਇਆ ਲੈਣ। ਐਨੀਵੇ ਉਹ ਥੋੜ੍ਹੀ ਦੇਰ ਚੁੱਪ ਕਰ ਗਿਆ, ਮੈਨੂੰ ਕਹਿੰਦਾ ਤੂੰ ਜਾ ਕੇ ਬਹਿ ਜਾ। ਮੈਂ ਜਾ ਕੇ ਬਹਿ ਗਿਆ। ਉਹ ਜਿਹੜੇ ਹੁੰਦੇ ਸਾਰੇ ਜਿਹੜੇ ਆਪਾਂ ਗੱਲਾਂ ਕਰਦੇ ਉਹ ਸਾਰਾ ਕੁਛ ਨੋਟ ਕਰਦੇ ਰਹਿੰਦੇ ਆ, ਆਪਣੇ ਰੈਕਡ 'ਚ ਸਾਰਾ ਕੁਝ ਲਿਖਦੇ ਰਹਿੰਦੇ। ਉਹਨੇ ਫਿਰ 5 ਮਿੰਟ ਬਾਅਦ ਮੈਨੂੰ ਮਾਰੇ ਉਂਗਲ ਨਾਲ ਇਸ਼ਾਰਾ ਕੀਤਾ, ਮੈਂ ਉੱਠ ਕੇ ਫਿਰ ਉਹ ਕੋਲ ਚਲੇ ਗਿਆ। ਅਤੇ ਵੈਸੇ ਮੈਂ ਸਾਰੇ ਪੁਆਇੰਟ ਅੱਜ ਲਿਖੇ ਹੋਏ, ਅਦਰਵਾਈਜ਼ ਮੈਂ ਕੋਈ ਨਾ ਕੋਈ ਭੁੱਲ ਜਾਂਦਾ ਹੁੰਦਾ। ਅਤੇ ਫਿਰ ਉਹ ਮੈਨੂੰ ਪੁੱਛਣ ਲੱਗ ਗਿਆ, ਕਿਉਂਕਿ ਉਹ ਮੈਂ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਡਿਸਕਸ ਕਰ ਚੁੱਕਾ ਵੀ ਉਹ ਜਿਹੜਾ ਵੀ ਆਪਾਂ ਜਦੋਂ ਵਿਜ਼ਟਰ ਵੀਜ਼ਾ ਲੈਂਦੇ ਹਾਂ, ਆਪਾਂ ਫੋਰਮਸ ਜੋ ਵੀ ਭਰਦੇ ਹਾਂ ਉਹ ਸਾਰਾ ਕੁਛ ਆਪਾਂ ਨੂੰ ਉਹੀ ਪੁੱਛਦੇ ਆ ਅਤੇ ਬਾਹਰੋਂ ਕੋਈ ਨਹੀਂ ਪੁੱਛਦੇ, ਵੀ ਕੋਈ ਆਪਣੇ ਚਾਚੇ ਤਾਏ ਮਾਮਿਆਂ ਫੁੱਫੜਾਂ ਦਾ ਨਹੀਂ ਕੋਈ ਪੁੱਛਦੇ। ਉਹ ਉਹਨਾਂ ਪੇਪਰਾਂ 'ਚੋਂ ਹੀ ਸਾਰਾ ਪੁੱਛਦੇ, ਟੈਲੀ ਕਰਦੇ ਵੀ ਇਹਨਾਂ ਨੇ ਵੀ ਬੇਸਿਕਲੀ ਜੇ ਆਪਾਂ ਉਹੀ ਜਵਾਬ ਦੇਵਾਂਗੇ ਇਟ ਮੀਨਸ ਵੀ ਆਪਾਂ ਸੱਚੇ ਹਾਂ। ਜੇ ਆਪਾਂ ਉਹ 'ਚ ਕੁਝ ਹੋਰ ਭਰਿਆ ਅਤੇ 10 ਕੁਝ ਹੋਰ ਦਿੰਦੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਝੂਠ ਬੋਲਦੇ। ਐਨੀਵੇ ਉਹ ਫਿਰ ਮੈਨੂੰ ਜੋ ਦੁਬਾਰਾ ਆਵਾਜ਼ ਮਾਰੀ ਉਹਨੇ, ਅਤੇ ਫਿਰ ਮੈਨੂੰ ਜਿਹੜਾ ਮੈਂ ਇੰਡੀਆ 'ਚ ਕੰਮ ਕਰਦਾ ਰਿਹਾ ਮੈਨੂੰ ਉਸ ਬਾਰੇ ਪੁੱਛਣ ਲੱਗ ਗਿਆ, ਕਿਉਂਕਿ ਮੈਂ 2-3 ਸਾਡੇ ਕੰਮ ਸੀਗੇ। ਅਤੇ ਉਹਨੇ ਪੁੱਛਿਆ ਵੀ ਜਿੱਦਾਂ 2005 ਤੋਂ ਲੈ ਕੇ ਅਤੇ ਇੱਕ ਸਾਡੀ ਕੰਪਨੀ ਸੀ ਜਿਹੜੀ 2005 ਤੋਂ 2012 ਤੱਕ ਚੱਲੀ ਸੀ, ਫਿਰ 2013 'ਚ ਇੱਕ ਨਵੀਂ ਕੰਪਨੀ ਚੱਲੀ ਉਹ 16 ਤੱਕ ਚੱਲੀ ਸੀ, ਅਤੇ ਫਿਰ 16 ਦੇ ਵਿੱਚ ਇੱਕ ਹੋਰ ਕੰਪਨੀ ਲਾਈ ਸੀ ਜਿਹੜੀ ਉਸ ਟਾਈਮ ਵੀ ਰਨਿੰਗ ਦੇ ਵਿੱਚ ਸੀਗੀ। ਅਤੇ ਉਹ ਮੈਨੂੰ ਪੁੱਛਦਾ ਵੀ ਤੂੰ 2005 ਤੋਂ ਜਿਹੜੀ ਅਮਨ ਫਰੋਜ਼ਨ ਸੀਗੀ ਸਾਡੀ ਫੈਕਟਰੀ, ਉਹ ਤੂੰ ਕਦੋਂ ਤੱਕ ਉਹ ਰਨ ਕੀਤੀ ਹੈ? ਮੈਂ ਉਹਨੂੰ ਦੱਸਿਆ ਵੀ ਇਹ 2012 ਤੱਕ ਕੀਤੀ ਹੈ। ਅਤੇ ਕਹਿੰਦਾ ਫਿਰ ਜਿਹੜੀ ਆਹ ਦੂਜੀ ਕੰਪਨੀ ਹੈ, ਮੈਂ ਕਿਹਾ ਜੀ ਉਹ 2013 ਸ਼ੁਰੂ ਕੀਤੀ ਸੀਗੀ ਅਤੇ ਅੱਜ ਵੀ ਚੱਲਦੀ ਪਈ ਹੈ। ਕਹਿੰਦਾ ਫਿਰ ਉਹ ਤੂੰ ਬਾਅਦ 'ਚ ਇੱਕ ਹੋਰ ਕੰਪਨੀ ਲਈ? ਮੈਂ ਕਿਹਾ ਹਾਂਜੀ ਉਹ 2016 ਸ਼ੁਰੂ ਕੀਤੀ ਸੀ। ਇੰਨਾ ਪੁੱਛ ਕੇ ਉਹ ਫਿਰ ਕਹਿੰਦਾ ਵੀ ਤੂੰ 2016 'ਚ ਕਿਹੜੀ ਲਾਈ ਸੀ? ਉਹ ਤੋਂ ਬਾਅਦ ਮੈਂ ਇਹ ਦੱਸਿਆ, ਫਿਰ ਕਹਿੰਦਾ ਫਿਰ ਤੂੰ 2005 'ਚ ਕਿਹੜੀ ਲਾਈ ਸੀ, 2006 'ਚ ਕਿਹੜੀ ਲਾਈ ਸੀ? ਮਤਲਬ ਉਹ ਪੂਰਾ ਕ੍ਰੋਸ ਚੈੱਕ ਕਰਦੇ ਆ ਵੀ ਬੰਦਾ ਕਿਤੇ ਰਟਿਆ ਹੋਇਆ ਤਾਂ ਨਹੀਂ ਬੋਲਦਾ ਪਿਆ, ਝੂਠ ਤਾਂ ਨਹੀਂ ਬੋਲਦਾ ਪਿਆ। ਉਹਨੇ ਪੂਰਾ ਮੈਨੂੰ ਪਜ਼ਲ ਕੀਤਾ, ਮੈਨੂੰ ਪੈਰਾਂ ਥੱਲੋਂ ਕੱਢਣ ਦੀ ਟਰਾਈ ਕੀਤੀ, ਪਰ ਐਨੀਵੇ ਮੇਰੇ ਕੋਲ ਕੋਈ ਝੂਠ ਇੱਦਾਂ ਦਾ ਹੈ ਨਹੀਂ ਸੀ। ਫਿਰ ਉਹ ਜਿਹੜਾ ਮੈਂ ਆਪਣਾ ਟਰੱਕਿੰਗ ਦਾ ਐਕਸਪੀਰੀਅੰਸ ਮੈਂ ਆਪਣਾ ਇੰਡੀਆ ਤੋਂ ਸ਼ੋਅ ਕੀਤਾ, ਜਿੱਥੇ ਮੈਂ ਕੀਤੀ ਸੀ 5-6 ਮਹੀਨੇ ਜੋਬ, ਮੈਨੂੰ ਉਹਦੇ ਬਾਰੇ ਪੁੱਛਿਆ ਉਹਨੇ ਵੀ ਇਹ ਕਾਹਦੀ ਕੰਪਨੀ? ਮੈਂ ਦੱਸਿਆ, ਮੈਂ ਕਿਹਾ ਜੀ ਇਹ ਪਾਈਪਾਂ ਦੀ ਕੰਪਨੀ ਸੀ। ਐਡਰੈਸ ਪੁੱਛਿਆ ਵੀ ਕਿੱਥੇ ਸੀ? ਮੈਂ ਕਿਹਾ ਜੀ ਉੱਥੇ ਸੀਗੀ ਇਹ ਕੰਪਨੀ ਅਤੇ ਫਲਾਣੇ ਸ਼ਹਿਰ 'ਚ ਸੀਗੀ। ਅਤੇ ਫਿਰ ਮੈਨੂੰ ਕਹਿੰਦਾ ਵੀ ਤੂੰ ਕੀ ਲੈ ਕੇ ਜਾਂਦਾ ਜੀ? ਮੈਂ ਕਿਹਾ ਪਾਈਪਾਂ ਹੀ ਲੈ ਕੇ ਜਾਂਦਾ ਸੀਗਾ ਜੀ ਮੈਂ। ਅਤੇ ਉਹ ਕਹਿੰਦਾ ਟਰੱਕ ਕਿੱਦਾਂ ਦਾ ਸੀਗਾ? ਮੈਂ ਕਿਹਾ ਵੀ ਉਹ ਫਲੈਟ ਬੈਡ ਸੀਗਾ, ਉਹ 'ਤੇ ਓਪਨ 'ਤੇ ਅਸੀਂ ਲਾਦੇ ਸੀ ਪਾਈਪਾਂ, ਅਤੇ ਫਿਰ ਉਹ ਸੰਗਲਾਂ ਨਾਲ ਕੱਸਦੇ ਸੀ ਸਾਰਾ ਕੁਛ। ਉਹਨੇ ਮੈਨੂੰ ਪੁੱਛਿਆ, ਫਿਰ ਕਹਿੰਦਾ ਵੀ ਤੂੰ ਜਿਹੜੀਆਂ ਇਹ ਪਾਈਪਾਂ ਆ ਤੂੰ ਕਿੱਥੇ ਤੱਕ ਲੈ ਕੇ ਜਾਂਦਾ ਸੀ? ਮੈਂ ਕਿਹਾ ਜੀ ਇਹ ਅਸੀਂ ਦਿੱਲੀ ਤੱਕ ਲੈ ਕੇ ਜਾਂਦੇ ਸੀ, ਦਿੱਲੀ ਤੋਂ ਅੱਗੇ ਨਹੀਂ ਕਿਤੇ ਲੈ ਕੇ ਗਏ। ਐਨੀਵੇ ਇਹ ਸਾਰਾ ਪੁੱਛਿਆ। ਫਿਰ ਉਹਨੇ ਪੁੱਛਿਆ ਵੀ ਕਹਿੰਦਾ ਤੂੰ ਤਨਖਾਹ ਲੈਂਦਾ ਸੀਗਾ ਉਹ ਤੂੰ ਕਿੰਨੀ ਲੈਂਦਾ ਸੀ? ਮੈਂ ਪੇ ਸਲਿੱਪਾਂ ਮੇਰੇ ਕੋਲ ਸੀਗੀਆਂ, ਮੈਂ ਦੱਸਿਆ, ਮੈਂ ਕਿਹਾ ਜੀ ਇੰਨੀ ਮੈਂ ਤਨਖਾਹ ਲੈਂਦਾ ਰਿਹਾ ਅਤੇ ਇੰਨੀ ਮੇਰੀ ਤਨਖਾਹ ਵੱਧਦੀ ਰਹੀ ਆ। ਅਤੇ ਫਿਰ ਮੈਂ ਉਹਨੂੰ ਦੱਸਿਆ ਸੀ ਆਹ ਦੇਖੋ ਕੈਸ਼ ਦੀਆਂ ਪੇ ਸਲਿੱਪਾਂ ਸੀਗੀਆਂ ਮੇਰੇ ਕੋਲ। ਅਤੇ ਉਹਨੇ ਪੁੱਛਿਆ ਕਿੱਦਾਂ ਲੈਂਦਾ? ਮੈਂ ਕਿਹਾ ਜੀ ਕੈਸ਼ ਲੈਂਦਾ ਸੀਗਾ। ਜੇ ਤੁਸੀਂ ਕੈਸ਼ ਲੈਂਦੇ ਹੋ ਤਾਂ ਤੁਸੀਂ ਆਪਣੀਆਂ ਪੇ ਸਲਿੱਪਾਂ ਜਿਹੜੀਆਂ ਕੈਸ਼ ਦੇ ਆਪਾਂ ਕੱਟਦੇ ਹਾਂ, ਆਮ ਜਿਹੜੀ ਕੈਸ਼ ਮੈਮੋ ਕੱਟਦੇ ਹੋ ਉਹ ਦਿਖਾ ਸਕਦੇ ਹੋ। ਜ਼ਰੂਰੀ ਨਹੀਂ ਵੀ ਜੇ ਤੁਸੀਂ ਇੰਡੀਆ ਜੋਬ ਕੀਤੀ ਹੈ ਅਤੇ ਤੁਹਾਡੇ ਅਕਾਊਂਟ 'ਚ ਹੀ ਪੈਸੇ ਆਉਂਦੇ। ਹੁਣ ਮੈਂ ਉਹਨੂੰ ਕਹਿਤਾ, ਮੈਂ ਕਿਹਾ ਸਾਡੇ ਅਕਾਊਂਟ 'ਚ ਨਹੀਂ ਇੰਨੇ ਪੈਸੇ ਆਉਂਦੇ, ਕਿਉਂਕਿ ਤਨਖਾਹ ਹੀ ਨਹੀਂ ਸੀ ਵੀ ਅਕਾਊਂਟ ਜਮ੍ਹਾਂ ਕਰਾਈਏ, ਪੈਸੇ ਆਉਂਦੇ ਬਾਅਦ 'ਚ ਅਸੀਂ ਉੱਡ ਜਾਂਦੇ ਸੀ ਪਹਿਲਾਂ। ਅਤੇ ਇਹ ਨਹੀਂ ਜ਼ਰੂਰੀ ਵੀ ਤੁਸੀਂ ਉਹ ਅਕਾਊਂਟ ਸ਼ੋਅ ਕਰਨੇ, ਹਾਂਜੀ ਅਕਾਊਂਟ ਤੁਹਾਡੀ ਸੈਲਰੀ ਆਉਂਦੀ ਹੋਵੇ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਆਪਣੇ ਕੈਸ਼ ਦੀਆਂ ਸਲਿੱਪਾਂ ਵੀ ਦਿਖਾ ਸਕਦੇ ਹੋ, ਆਹ ਦੇਖੋ ਭਾਈ ਵੀ ਸਾਨੂੰ ਕੈਸ਼ 'ਚ ਸੈਲਰੀ ਮਿਲਦੀ ਸੀ। ਓਕੇ ਜੀ। ਉਹ ਫਿਰ ਮੈਨੂੰ ਜਾ ਕੇ ਕਹਿੰਦਾ ਵੀ ਕੋਈ ਨਹੀਂ ਤੂੰ ਬਹਿ ਜਾ। ਮੈਂ ਫਿਰ ਥੋੜ੍ਹੀ ਦੇਰ ਜਾ ਕੇ ਬਹਿ ਗਿਆ ਜੀ। ਫਿਰ ਉਹਨੇ ਆਪਣਾ ਟੈਲੀ ਕੀਤਾ ਅਤੇ ਹਾਂਜੀ, ਜਦੋਂ ਮੈਂ ਫਸਟ ਟਾਈਮ ਗਿਆ ਕੈਨੇਡਾ ਉਦੋਂ ਮੈਂ 6 ਮਹੀਨੇ ਆਪਣੇ ਲਾ ਕੇ ਅਤੇ ਵੀਜ਼ਾ ਐਕਸਟੈਂਸ਼ਨ ਆਪਣੀ ਪਾ ਦਿੱਤੀ ਸੀ, ਪਰ ਮੇਰੀ ਐਕਸਟੈਂਸ਼ਨ ਹਲੇ ਨਹੀਂ ਸੀ ਆਈ ਅਤੇ ਮੈਨੂੰ 6.5 ਮਹੀਨੇ ਹੋਏ ਸੀਗੇ ਅਤੇ ਮੈਂ ਵਾਪਸ ਆ ਗਿਆ ਸੀ। ਮੈਨੂੰ ਘਰੇ ਕੋਈ ਕੰਮ ਪੈ ਗਿਆ ਅਤੇ ਉਹ ਤੋਂ ਬਾਅਦ
ਮੇਰੇ ਜਿਹੜੇ ਰਿਲੇਟਿਵ ਹੈਗੇ ਸੀ ਉਹਨਾਂ ਦੇ ਐਡਰੈਸ 'ਤੇ ਮੇਰੇ ਵੀਜ਼ੇ ਦੀ ਅਪਰੂਵਲ ਆਈ ਹੈ ਵੀ ਹਾਂ ਤੁਹਾਡਾ ਐਕਸਟੈਂਸ਼ਨ ਮੇਰੀ ਉਹਨਾਂ ਦੇ ਐਡਰੈਸ 'ਤੇ ਆਈ ਸੀ, ਅਤੇ ਉਹ ਬਾਅਦ 'ਚੋਂ ਮੇਰੇ ਕੋਲ ਉਹਨਾਂ ਨੇ ਬਾਏ ਪੋਸਟ ਕਰਕੇ ਮੈਨੂੰ ਘਲਾ ਦਿੱਤੀ ਸੀ। ਅਤੇ ਉਹਨੇ ਮੈਨੂੰ ਪੁੱਛਿਆ, ਕਹਿੰਦਾ ਵੀ ਤੂੰ ਫਸਟ ਟਾਈਮ ਇੰਡੀਆ ਵਾਪਸ ਕਦੋਂ ਗਿਆ? ਮੈਂ ਕਿਹਾ ਜੀ ਮੈਂ 6.5 ਮਹੀਨੇ ਲਾ ਕੇ ਅਤੇ ਮੈਂ ਚਲੇ ਗਿਆ ਸੀ, ਮੈਂ ਇਸ ਮੰਥ ਦੇ ਵਿੱਚ ਚਲੇ ਗਿਆ ਸੀ, ਮੈਂ ਉਹਨੂੰ ਦੱਸਿਆ ਜਿਹੜਾ ਵੀ ਮਹੀਨਾ ਸੀਗਾ ਉਹ। ਅਤੇ ਉਹ ਮੈਨੂੰ ਕਹਿੰਦਾ ਵੀ ਨਹੀਂ, ਵੀ ਉਹ ਮਹੀਨੇ 'ਚ ਤਾਂ ਕਹਿੰਦਾ ਤੂੰ ਐਕਸਟੈਂਸ਼ਨ ਅਪਲਾਈ ਕੀਤੀ ਸੀ ਅਤੇ ਤੇਰੀ ਐਕਸਟੈਂਸ਼ਨ ਤਾਂ ਆਈ ਹੈ, ਇੰਨੇ ਚਿਰ ਬਾਅਦ ਤੂੰ ਪਹਿਲਾਂ ਕਿੱਦਾਂ ਚਲ ਗਿਆ? ਮੈਂ ਕਿਹਾ ਜੀ ਮੈਂ ਤਾਂ ਪਹਿਲਾਂ ਹੀ ਚਲ ਗਿਆ ਸੀ, ਪਰ ਐਕਸਟੈਂਸ਼ਨ ਜਿਹੜੀ ਹੈ ਮੇਰੀ ਉਹ ਬਾਅਦ 'ਚੋਂ ਆਈ ਸੀ। ਅਤੇ ਮੈਨੂੰ ਕਹਿੰਦਾ ਵੀ ਨਹੀਂ ਤੂੰ ਝੂਠ ਬੋਲਦਾ। ਮੈਂ ਕਿਹਾ ਜੀ ਮੈਨੂੰ ਇਹ 'ਚ ਝੂਠ ਬੋਲਣ ਦੀ ਕੀ ਲੋੜ ਆ, ਆਹ ਪਾਸਪੋਰਟ ਪਿਆ ਆ, ਮੋਹਰਾਂ ਲੱਗੀਆਂ ਹੋਈਆਂ ਨੇ, ਸਟੈਂਪਾਂ ਲੱਗੀਆਂ, ਤੁਸੀਂ ਚੈੱਕ ਕਰ ਲਓ ਮੈਂ ਕਦੋਂ ਗਿਆ ਵਾਪਸ। ਉਹਨੇ ਪਾਸਪੋਰਟ ਦੇਖਿਆ, ਉਹਨੇ ਦੇਖਿਆ ਸਟੈਂਪ ਲੱਗੀ ਹੋਈ ਆ, ਉਹਨੇ ਵੀ ਆਪਣਾ ਰੈਕਡ ਚੈੱਕ ਕੀਤਾ, ਉਹਦੇ ਰੈਕਡ 'ਚ ਕੋਈ ਨਾ ਕੋਈ ਗਲਤੀ ਹੋਊਗੀ, ਤਾਂ ਹੀ ਉਹਨੇ ਆਪਣਾ ਦੂਜਾ ਅਫਸਰ ਸੱਦਿਆ ਨਾਲ ਦਾ, ਅਤੇ ਉਹਨੂੰ ਕਹਿੰਦਾ, ਉਹਨੇ ਦਿਖਾਈ ਗਲਤੀ, ਅਤੇ ਨਾਲੇ ਹੱਸਣ ਲੱਗ ਪਿਆ ਉਹ, ਕਿਉਂਕਿ ਉਹਨਾਂ ਦੀ ਗਲਤੀ ਸੀ ਕੋਈ। ਐਨੀਵੇ ਆਪਾਂ ਨੂੰ ਕੀ ਫਰਕ ਪੈਂਦਾ, ਆਪਾਂ ਸੱਚੇ ਸੀ। ਅਤੇ ਉਸ ਤੋਂ ਬਾਅਦ ਜਦੋਂ ਉਹਨੇ ਆਹ ਦੇਖਿਆ ਵੀ ਇਹਦੀ ਵਾਪਸੀ ਇਹਦੀ ਹੋਈ ਆ, ਅਤੇ ਫਿਰ ਮੈਨੂੰ ਕਹਿੰਦਾ, ਇਸ਼ਾਰਾ ਜਿਹਾ ਕੀਤਾ, ਤੁਸੀਂ ਜਾ ਕੇ ਬਹਿ ਜਾਓ। ਮੈਂ ਫਿਰ ਜਾ ਕੇ ਬਹਿ ਗਿਆ, ਅਤੇ ਉਹਨੇ ਫਿਰ ਮੈਨੂੰ ਆਪਣਾ ਫਿਰ ਇਸ਼ਾਰਾ ਜਿਹਾ ਮਾਰਿਆ, ਅਤੇ ਮੈਂ ਚਲ ਗਿਆ। ਫਿਰ ਮੈਂ ਕੋਈ 10-15 ਸਕਿੰਟ ਖੜ੍ਹਾ ਰਿਹਾ, ਅਤੇ ਮੈਨੂੰ ਕਹਿੰਦਾ ਵੀ ਤੁਸੀਂ ਫਲਾਣੇ ਕਾਊਂਟਰ 'ਤੇ ਜਾ ਕੇ ਅਤੇ ਫੀਸ ਆਪਣੀ ਜਮ੍ਹਾਂ ਕਰਾ ਦਿਓ। ਡਾਲਰ ਵੀ ਦੱਸੇ ਉਹਨੇ, $180 ਕਰੇ, ਇੰਨੇ ਕੀ ਸੀਗੇ, $200 ਤੋਂ ਥੱਲੇ ਸੀ। ਅਤੇ ਮੈਂ ਗਿਆ ਉਹ ਕਾਊਂਟਰ 'ਤੇ, ਮੈਂ ਫੀਸ ਜਮ੍ਹਾਂ ਕਰਾਈ, ਸਲਿੱਪ ਮਿਲੀ, ਮੈਂ ਸਲਿੱਪ ਲਿਆ ਕੇ ਅਤੇ ਇਹਦੇ ਕਾਊਂਟਰ 'ਤੇ ਰੱਖਤੀ। ਇਹ ਕਹਿੰਦਾ ਓਕੇ, ਮੈਨੂੰ ਫਿਰ ਕਹਿੰਦਾ ਜਾ ਕੇ ਬਹਿ ਜਾਓ। ਮੈਂ ਫਿਰ ਜਾ ਕੇ ਬਹਿ ਗਿਆ। ਫਿਰ ਮੈਨੂੰ ਥੋੜ੍ਹੀ ਦੇਰ ਬਾਅਦ ਇਸ਼ਾਰਾ ਕਰਕੇ ਅਤੇ ਆਪ ਵੀ ਕੁਰਸੀ ਤੋਂ ਉੱਠ ਗਿਆ, ਅਤੇ ਮੈਨੂੰ ਨਾਲ ਉਸ ਬਿਲਡਿੰਗ ਦੇ ਅੰਦਰ ਲੈ ਗਿਆ ਇੱਕ ਰੂਮ ਦੇ ਵਿੱਚ। ਉੱਥੇ ਅਸੀਂ ਰੂਮ 'ਚ ਗਏ, ਅਤੇ ਉੱਥੇ ਫਿਰ ਉਸ ਇਮੀਗ੍ਰੇਸ਼ਨ ਆਫਿਸਰ ਨੇ ਮੇਰੇ ਫਿੰਗਰਪ੍ਰਿੰਟ ਲਏ, ਅਤੇ ਫਿੰਗਰਪ੍ਰਿੰਟ ਲੈਂਦਾ ਹੀ ਪਿਆ ਸੀ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਸਰ ਵੀ ਮਤਲਬ ਵਰਕ ਪਰਮਿਟ ਮੈਨੂੰ ਮਿਲ ਜੂਗਾ ਜਾਂ ਤੁਸੀਂ ਗ੍ਰਾਂਟ ਕਰ ਦੋਗੇ ਮੇਰਾ ਵਰਕ ਵੀਜ਼ਾ, ਸੱਚ ਵਰਕ ਪਰਮਿਟ? ਕਹਿੰਦਾ ਵਰਕ ਪਰਮਿਟ ਮੈਂ ਤੇਰਾ ਕਰਤਾ ਆ, ਆਪਣਾ ਇਸ਼ੂ ਤੈਨੂੰ ਮੈਂ ਕਰਨ ਲੱਗਾ ਆ, ਤਾਂ ਹੀ ਤੈਨੂੰ ਮੈਂ ਫਿੰਗਰਪ੍ਰਿੰਟ ਲੈਣ ਲਈ ਇੱਥੇ ਲੈ ਕੇ ਆਇਆ। ਮੈਂ ਕਿਹਾ ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਕਹਿੰਦਾ ਵੀ ਤੈਨੂੰ ਪਤਾ ਵੀ ਤੈਨੂੰ ਮੈਂ ਕਿਉਂ ਦੇਣ ਲੱਗਾ ਇਹ ਵਰਕ ਪਰਮਿਟ? ਮੈਂ ਕਿਹਾ ਜੀ ਇਹ ਤਾਂ ਤੁਹਾਨੂੰ ਪਤਾ ਹੋਊਗੀ, ਮੈਨੂੰ ਤਾਂ ਪਤਾ ਨਹੀਂ ਇਸ ਗੱਲ ਦਾ। ਕਹਿੰਦਾ ਕਿਉਂਕਿ ਕਹਿੰਦਾ ਵੀ ਤੂੰ ਕੋਈ ਵੀ ਗੱਲ ਮੇਰੇ ਤੋਂ ਲੁਕੋਈ ਨਹੀਂ, ਅਤੇ ਬੜੇ ਇਮਾਨਦਾਰੀ ਨਾਲ ਤੂੰ ਮੈਨੂੰ ਜਵਾਬ ਦਿੱਤੇ। ਮੈਂ ਕਿਹਾ ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਅਤੇ ਕਹਿੰਦਾ ਵੀ ਜਿਹੜੇ ਬੰਦੇ ਸਾਡੇ ਨਾਲ ਓਨੈਸਟ ਹੁੰਦੇ ਆ ਵੀ ਉਹਨਾਂ ਨੂੰ ਅਸੀਂ ਸ਼ੋਰ ਵਰਕ ਪਰਮਿਟ ਦੇ ਦਿੰਦੇ ਹਾਂ, ਪਰ ਕਈ ਲੋਕ ਕਹਿੰਦਾ ਬਹੁਤ ਚਲਾਕੀਆਂ ਮਾਰਦੇ ਨੇ ਆ ਕੇ, ਅਤੇ ਸਾਨੂੰ ਪਤਾ ਵੀ ਹੁੰਦਾ ਵੀ ਇਹ ਝੂਠ ਆ, ਵੀ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੁੰਦਾ ਸਾਡੇ ਕੋਲ ਸਾਰੇ ਰਿਕਾਰਡ ਹੈਗੇ ਨੇ, ਅਤੇ ਫਿਰ ਕਹਿੰਦਾ ਸਾਨੂੰ ਮਜਬੂਰਨ ਕਈ ਵਾਰੀ ਰਿਫਿਊਜ਼ ਕਰਨਾ ਪੈਂਦਾ ਲੋਕਾਂ ਨੂੰ। ਅਤੇ ਫਿਰ ਮੈਂ ਕਿਹਾ ਠੀਕ ਹੈ ਜੀ। ਫਿਰ ਉਹ ਮੈਨੂੰ ਉੱਥੋਂ ਫਿੰਗਰਪ੍ਰਿੰਟ ਕਰਾ ਕੇ ਲੈ ਗਿਆ, ਅਤੇ ਫਿਰ ਮੈਨੂੰ ਕਹਿੰਦਾ ਵੀ ਤੁਸੀਂ ਜਾ ਕੇ ਬਹਿ ਜਾਓ। ਫਿਰ ਮੈਂ ਜਾ ਕੇ ਬਹਿ ਗਿਆ ਜੀ। ਅਤੇ ਫਿਰ ਉਹ ਥੋੜ੍ਹੀ ਕੁ ਦੇਰ ਬਾਅਦ ਉਹਨੇ ਮੈਨੂੰ ਆਪਣਾ ਉਹ ਆਵਾਜ਼ ਮਾਰੀ ਹੈ, ਅਤੇ ਮੈਨੂੰ ਕਹਿੰਦਾ ਵੀ ਤੁਹਾਡਾ ਆਪਣਾ ਮੈਂ ਵਰਕ ਪਰਮਿਟ ਦਾ ਪ੍ਰਿੰਟ ਆਊਟ 'ਚ ਕੱਢਿਆ, ਮੈਨੂੰ ਦੇ ਦਿੱਤਾ। ਕਹਿੰਦਾ ਜੀ ਆਹ ਤੁਹਾਡਾ ਵਰਕ ਪਰਮਿਟ ਹੈ, ਅਤੇ ਤੁਸੀਂ ਜਾਓ, ਆਹ ਤੁਹਾਡੇ ਰਾਈਟਸ 'ਚ ਹੁੰਦੇ, ਦੱਸਦੇ ਆ ਵੀ ਤੁਸੀਂ ਆਹ ਤੁਹਾਡੇ ਰਾਈਟਸ ਨੇ ਇਸ ਆਪਣਾ ਕੰਟਰੀ ਦੇ ਵਿੱਚ, ਅਤੇ ਇੱਦਾਂ ਤੁਸੀਂ ਰਹਿਣਾ ਹੈ, ਮਾੜਾ ਮੋਟਾ ਹੁੰਦਾ ਉਹ ਤੁਹਾਨੂੰ ਸਮਝਾ ਦਿੰਦੇ ਤੇ ਸਾਰਾ। ਚਲੋ ਐਨੀਵੇ ਮੈਨੂੰ ਉੱਥੋਂ ਫਿਰ ਉਹ ਮੇਰਾ ਉਹਨਾਂ ਨੇ ਵਰਕ ਪਰਮਿਟ ਮੈਨੂੰ ਇਸ਼ੂ ਕਰਤਾ ਲੈਥਬ੍ਰਿਜ ਬਾਰਡਰ ਤੋਂ, ਅਲਬਰਟਾ ਦੇ ਲੈਥਬ੍ਰਿਜ, ਜਿਹੜਾ ਕੈਲਗਰੀ ਦੇ ਲਾਗੇ ਪੈਂਦਾ। ਓਕੇ ਜੀ, ਇਹ ਤਾਂ ਹੁਣ ਹੋ ਗਿਆ ਜਿਹੜਾ ਮੇਰਾ ਵਰਕ ਪਰਮਿਟ ਇਸ਼ੂ ਹੋਇਆ। ਪਰ ਕੁਛ ਗੱਲਾਂ ਜਿਹੜੀਆਂ ਮੇਰੇ ਬਹੁਤ ਹੀ ਉਸੇ ਕੰਪਨੀ 'ਚ ਜਿਹੜੇ ਹੋਰ ਮੇਰੇ ਨਾਲ ਜਿਨ੍ਹਾਂ ਨੇ ਨਵੇਂ ਵਰਕ ਪਰਮਿਟ ਲਏ ਸੀ, ਅਤੇ ਮੇਰਾ ਟੀਮਮੇਟ ਹੀ ਸੀ ਮੁੰਡਾ, ਮੇਰੇ ਨਾਲ ਹੀ ਟਰੱਕ ਚਲਾਉਂਦਾ ਸੀ। ਅਤੇ ਤੁਹਾਨੂੰ ਮੈਂ ਦੱਸਦਾ ਵੀ ਜਿੱਦਾਂ ਮੇਰੀ ਇੰਟਰਵਿਊ ਬਹੁਤ ਲੰਮੀ ਹੋਈ, ਘੱਟੋ ਘੱਟ 1-1.5 ਘੰਟਾ ਤਾਂ ਮਤਲਬ ਉਹਨਾਂ ਨੇ ਉਸ ਗੋਰੇ ਨੇ ਲਾਇਆ ਮੇਰੀ ਇੰਟਰਵਿਊ ਨੂੰ, ਇੱਦਾਂ ਹੁਣ ਬਹਿ ਜਾ, ਹੁਣ ਚੱਲ ਜਾ, ਹੁਣ ਬਹਿ ਜਾ, ਹੁਣ ਚੱਲ ਜਾ। ਅਤੇ ਅਸੀਂ ਮਤਲਬ ਕਿ ਸਵੇਰ ਦੇ ਗਏ ਹਾਂ, ਅਤੇ ਹਨੇਰੇ ਹੋਏ ਹੀ ਅਸੀਂ ਘਰੋਂ ਨਿਕਲੇ ਸੀ ਅਰਲੀ ਮੋਰਨਿੰਗ, ਅਤੇ ਅਗਲੇ ਦਿਨ ਮਤਲਬ ਕਿ ਉਸ ਸ਼ਾਮ ਨੂੰ ਹੀ ਹਨੇਰੇ ਹੋਏ ਅਸੀਂ ਘਰੇ ਪਹੁੰਚੇ। ਸਾਡੀ ਪੂਰੀ ਦਿਹਾੜੀ ਲੱਗ ਗਈ ਉੱਥੇ। ਐਨੀਵੇ ਹੁਣ ਇੱਕ ਮੇਰਾ ਫਰੈਂਡ ਸੀ, ਦੇਖੋ ਉਹਨੂੰ ਉਹ ਪੁੱਛਦਾ ਇਮੀਗ੍ਰੇਸ਼ਨ ਆਫਿਸਰ, ਕਿਉਂਕਿ ਆਫਿਸਰ ਤਾਂ ਡਿਪੈਂਡ ਆ, ਉਹਨੇ ਕੀ ਪੁੱਛਣਾ
ਕੀ ਨਹੀਂ ਪੁੱਛਣਾ ਉਹਦੇ ਮੂਡ 'ਤੇ ਡਿਪੈਂਡ ਹੈ ਟੋਟਲੀ। ਹੁਣ ਉਹਨੂੰ ਉਹ ਪੁੱਛਦਾ ਹੈ, ਕਹਿੰਦਾ ਆਪਣਾ ਫੇਸਬੁੱਕ ਦਾ ਅਕਾਊਂਟ ਖੋਲ। ਮੇਰੇ ਨਾਲ ਮੁੰਡਾ ਟਰੱਕ ਚਲਾਉਂਦਾ ਸੀ, ਉਦੋਂ ਹੀ ਅੱਗੇ ਪਿੱਛੇ ਸਾਡੇ ਵਰਕ ਪਰਮਿਟ ਮਿਲੇ ਨੇ ਸਾਨੂੰ। ਇਹ ਆ ਵੀ ਮੈਂ ਅਲਬਰਟਾ ਤੋਂ ਲਿਆ ਅਤੇ ਉਹਨੇ ਟੋਰਾਂਟੋ ਤੋਂ ਲਿਆ ਸੀ ਵਰਕ ਪਰਮਿਟ। ਉਹ ਉੱਥੇ ਹੀ ਪੇਸ਼ ਹੋਇਆ ਆਪਣੇ, ਕਿਉਂਕਿ ਉਹਦੀ ਸਿਸਟਰ ਉੱਥੇ ਰਹਿੰਦੀ ਸੀ। ਅਤੇ ਉਹਨੂੰ ਕਹਿੰਦਾ ਵੀ ਆਪਣੀ ਫੇਸਬੁੱਕ ਦਾ ਅਕਾਊਂਟ ਖੋਲ। ਉਹਨੇ ਫੇਸਬੁੱਕ ਦਾ ਆਪਣਾ ਅਕਾਊਂਟ ਖੋਲ੍ਹ ਲਿਆ। ਅੱਛਾ, ਜਦੋਂ ਅਕਾਊਂਟ ਖੋਲ੍ਹਿਆ ਅਤੇ ਉਹ ਮੁੰਡਾ ਸੌਕਰ ਪਲੇਅਰ ਸੀਗਾ, ਫੁੱਟਬਾਲ ਖੇਡਦਾ ਸੀ ਉਹ, ਅਤੇ ਉਹਨੇ ਉੱਤੇ ਇੱਕ ਆਪਣਾ ਫੁੱਟਬਾਲ ਦਾ ਪਲੇਅਰ ਹੈ ਮੈਸੀ, ਉਹਨੇ ਮੈਸੀ ਦੀ ਫੋਟੋ ਲਾਈ ਹੋਈ ਸੀ। ਅਤੇ ਜਿਹੜਾ ਉਹਦਾ ਇਮੀਗ੍ਰੇਸ਼ਨ ਵਾਲਾ ਆਫਿਸਰ ਜਿਹੜਾ ਉਹਦੀ ਇੰਟਰਵਿਊ ਲੈਂਦਾ ਪਿਆ ਸੀ, ਅਤੇ ਉਹ ਵੀ ਫੁੱਟਬਾਲ ਨੂੰ ਬਹੁਤ ਲਾਈਕ ਕਰਦਾ ਸੀ। ਅਤੇ ਉਹ ਕਹਿੰਦਾ ਵੀ ਤੂੰ ਮੈਸੀ ਦਾ ਫੈਨ ਆ? ਕਹਿੰਦਾ ਹਾਂਜੀ ਮੈਂ ਮੈਸੀ ਦਾ ਫੈਨ। ਦੇਖੋ, ਉਹਨੇ ਅੱਗੇ ਉਹਨੂੰ ਕੋਈ ਗੱਲ ਹੀ ਨਹੀਂ ਪੁੱਛੀ, ਕੋਈ ਉਹਦੇ ਬਾਰੇ ਨਹੀਂ, ਕੋਈ ਕੰਪਨੀ ਬਾਰੇ ਨਹੀਂ, ਕੁਛ ਨਹੀਂ ਪੁੱਛਿਆ। ਫੁੱਟਬਾਲ ਬਾਰੇ 4 ਗੱਲਾਂ ਪੁੱਛੀਆਂ ਅਤੇ ਉਹਨੂੰ ਕਹਿੰਦਾ ਵੀ ਠੀਕ ਹੈ, ਮੈਂ ਤੇਰਾ ਵਰਕ ਪਰਮਿਟ ਤੈਨੂੰ ਇਸ਼ੂ ਕਰਨ ਲੱਗਾ, ਆਪਣਾ ਜਾ ਕੇ ਬਹਿ ਜਾ। ਮਤਲਬ ਇੱਦਾਂ ਵੀ ਹੋ ਜਾਂਦਾ, ਇੱਦਾਂ ਦੇ ਵੀ ਆਫਿਸਰ ਹੈਗੇ ਨੇ, ਜ਼ਰੂਰੀ ਨਹੀਂ। ਇੱਕ ਮੇਰਾ ਫਰੈਂਡ ਸੀਗਾ ਜੀ, ਉਹ ਰਜਾਈਨਾ ਰਹਿੰਦਾ ਸੀ ਸਸਕੈਚੁਅਨ ਦੇ ਵਿੱਚ, ਅਤੇ ਉੱਥੇ ਹੁਣ ਮੈਨੂੰ ਉਹ ਨਹੀਂ ਪਤਾ ਵੀ ਕਿਹੜੇ ਬਾਰਡਰ 'ਤੇ ਗਿਆ ਮੁੰਡਾ, ਪਰ ਦੇਖੋ ਉਹ ਹਨੇਰੇ ਹੋਏ ਗਏ ਆ। 7-8 ਵਜੇ ਮੈਨੂੰ ਕਹਿੰਦਾ ਸੀ ਅਸੀਂ ਗਏ ਹਾਂ, ਅਤੇ ਉਹਦੇ ਨਾਲ 3 ਮੁੰਡੇ ਹੋਰ ਸੀਗੇ, 4 ਮੁੰਡੇ ਉਹ ਗਏ ਆ, ਜਾ ਕੇ ਬਹਿ ਗਏ ਆ। ਉਹਨੇ ਦੱਸਿਆ ਜਾ ਕੇ ਜੀ ਮੈਂ ਆਇਆ ਲੰਮੇ ਅਤੇ ਮੈਂ ਵਰਕ ਪਰਮਿਟ ਲੈਣਾ ਆਇਆ। ਉਹ ਕਹਿੰਦੇ ਬਹਿ ਜਾਓ ਜਾ ਕੇ। ਬਾਅਦ 'ਚ ਉਹਨੇ ਆਫਿਸਰ ਨੇ ਉਹਨੂੰ ਸੱਦਿਆ ਆ। ਉਹਨੇ ਉਹ ਤੋਂ ਕੁਛ ਨਹੀਂ ਪੁੱਛਿਆ, ਸਿਰਫ ਪੇਪਰ ਫੜਾਏ ਆ। ਉਹਨੇ ਇਹ ਵੀ ਨਹੀਂ ਪੁੱਛਿਆ ਤੇਰਾ ਨਾਮ ਕੀ ਆ, ਤੂੰ ਕੀ ਕਰਨਾ ਕੀ ਨਹੀਂ, ਕੁਛ ਨਹੀਂ ਪੁੱਛਿਆ। ਉਹਨੂੰ ਕਹਿੰਦਾ ਜਾ ਕੇ ਬਹਿ ਜਾ ਦੁਬਾਰਾ। ਬਾਅਦ 'ਚ ਆਵਾਜ਼ ਮਾਰੀ ਆ, ਕਹਿੰਦਾ ਫਿੰਗਰ ਪ੍ਰਿੰਟ ਕਰਾ ਲਾ। ਉਹ ਤੋਂ ਬਾਅਦ ਫਿੰਗਰ ਕਰਕੇ ਉਹਨੇ ਉਹਦਾ ਵਰਕ ਪਰਮਿਟ ਇਸ਼ੂ ਕਰਤਾ। ਮੇਰੇ ਇਹ ਕਹਿਣ ਦਾ ਮਤਲਬ ਇਹ ਹੈ ਵੀ ਦੇਖੋ, ਕਿਸੇ ਨੂੰ ਕੋਈ ਨਹੀਂ ਪਤਾ ਵੀ ਆਫਿਸਰ ਨੇ ਤੁਹਾਡੇ ਕੋਲੋਂ ਕੀ ਪੁੱਛਣਾ ਹੈ। ਹੁਣ ਕੋਈ ਰਿਫਿਊਜ਼ ਹੋ ਗਿਆ, ਤੁਸੀਂ ਡਰੋ ਵੀ ਹਾਂ ਸਾਨੂੰ ਰਿਫਿਊਜ਼ ਕਰ ਦੂੰਗੇ। ਨੋ, ਇੱਦਾਂ ਨਹੀਂ। ਇਹ ਤੁਹਾਡੇ ਨਾਲ ਕੀ ਹੋਣਾ ਹੈ ਇਹ ਰੱਬ ਹੀ ਜਾਣਦਾ। ਵੀ ਇਹ ਜ਼ਰੂਰੀ ਨਹੀਂ ਕੋਈ ਰਿਫਿਊਜ਼ ਹੈਗਾ ਤੁਸੀਂ ਰਿਫਿਊਜ਼ ਹੋ ਜਾਓਗੇ, ਜ਼ਰੂਰੀ ਨਹੀਂ। ਹੁਣ ਮੇਰੀ ਇੰਨੀ ਲੰਮੀ ਇੰਟਰਵਿਊ ਲਈ ਆ ਉਹਨਾਂ ਨੇ, ਅਤੇ ਜ਼ਰੂਰੀ ਨਹੀਂ ਤੁਹਾਡੀ ਇੰਨੀ ਹੀ ਲੰਮੀ ਇੰਟਰਵਿਊ ਲੈਣਗੇ, ਕੋਈ ਜ਼ਰੂਰੀ ਨਹੀਂ ਹੈਗਾ। ਓਕੇ, ਮਤਲਬ ਕਹਿਣ ਦਾ ਵੀ ਡਰਨਾ ਕਿਸੇ ਗੱਲੋਂ ਨਹੀਂ ਹੈਗਾ, ਡਰਨ ਦਾ ਕੋਈ ਫਾਇਦਾ ਨਹੀਂ। ਬਸ ਆਪਣਾ ਜਾ ਕੇ ਆਪਣੇ ਰੱਬ ਨੂੰ ਧਿਆ ਕੇ ਆਪਣੇ ਵਧੀਆ ਜਿਹੀ ਇੰਟਰਵਿਊ ਦਿਓ, ਨਰਵਸ ਨਹੀਂ ਹੋਣਾ। ਬਸ ਨਰਵਸ ਹੋਏ ਬਗੈਰ ਆਪਣੀ ਇੰਟਰਵਿਊ ਦਿਓ। ਕੁਛ ਨਹੀਂ ਖਾ ਨਹੀਂ ਜਾਣਾ ਕਿਸੇ ਨੇ, ਮੂੰਹ 'ਚ ਨਹੀਂ ਕਿਸੇ ਨੇ ਪਾਲਣਾ ਆਪਾਂ ਨੂੰ। ਹਾਂ, ਜੇ ਤੁਸੀਂ ਠੀਕ ਹੈ, ਆਪਾਂ ਨੂੰ ਵੈਸੇ ਤਾਂ ਇੰਗਲਿਸ਼ ਮਾੜੀ ਮੋਟੀ ਆਉਣੀ ਚਾਹੀਦੀ ਆ, ਕਿਉਂਕਿ ਉਹਨਾਂ ਨੂੰ ਇਹ ਵੀ ਹੁੰਦਾ ਵੀ ਕੈਨੇਡਾ 'ਚ ਤੁਸੀਂ ਵਿਚਰਨਾ ਆ, ਆਪਣੀ ਲਾਈਫ ਕੱਢਣੀ ਆ, ਮਾੜੀ ਮੋਟੀ ਇੰਗਲਿਸ਼ ਤਾਂ ਆਉਣੀ ਚਾਹੀਦੀ ਹੈ। ਉਹਦਾ ਆਪਣਾ ਗੁਜ਼ਾਰਾ ਨਹੀਂ। ਵੈਸੇ ਤਾਂ ਟਰਾਈ ਕਰੋ ਵੀ ਮਾੜੀ ਮੋਟੀ ਇੰਗਲਿਸ਼ ਤੁਹਾਨੂੰ ਆਉਂਦੀ ਹੋਵੇ, ਬਸ ਸਮਝਾਉਣ ਜੋਗੀ ਆਉਂਦੀ ਹੋਵੇ। ਬਾਹਲੀ ਕੋਈ ਏਡਾ ਨਹੀਂ ਵੀ ਆਪਾਂ ਉਹਨਾਂ ਨੂੰ ਗ੍ਰਾਮਰ ਖੋਲ੍ਹ ਕੇ ਦਿਖਾਉਣੀ ਆ, ਮਾੜੀ ਮੋਟੀ ਆਉਂਦੀ ਹੋਵੇ। ਇਨ ਕੇਸ ਤੁਸੀਂ ਨਰਵਸ ਹੋ ਗਏ ਹੋ ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਮੈਂ ਨਰਵਸ ਹਾਂ ਨਾ, ਵੀ ਮੇਰੇ ਕੋਲ ਨਹੀਂ ਬੋਲ ਹੁੰਦਾ, ਮੈਂ ਨਰਵਸ ਹੈ, ਵੀ ਮੇਰਾ ਫਰੈਂਡ ਮੇਰੀ ਹੈਲਪ ਕਰ ਸਕਦਾ। ਜਾਂ ਤੁਸੀਂ ਕੋਈ ਇੰਟਰਪ੍ਰੇਟਰ ਲੈ ਲਓ ਜਿਹੜਾ ਪੰਜਾਬੀ ਬੋਲਦਾ ਹੋਵੇ। ਆਫਿਸਰ ਕੁਛ ਵੀ ਕਰ ਸਕਦੇ। ਜੇ ਆਫਿਸਰ ਚੰਗਾ ਆ, ਤੁਹਾਡੀ ਰਿਕੁਐਸਟ ਮੰਨ ਵੀ ਸਕਦੇ। ਸਾਰਾ ਕੁਝ ਡਿਪੈਂਡ ਆਫਿਸਰ 'ਤੇ ਜੀ, ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਬਾਕੀ ਮਤਲਬ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੂੰਗਾ ਵੀ ਦੇਖੋ, ਬੇਸਿਕਲੀ ਕਰਨ ਵਾਲਾ ਤਾਂ ਰੱਬ ਹੀ ਬੈਠਾ ਹੈ। ਰੱਬ ਤੋਂ ਅੱਗੇ ਤਾਂ ਕੋਈ ਵੀ ਨਹੀਂ ਹੈਗਾ, ਹੈ ਕਿ ਨਹੀਂ ਜੀ? ਅਤੇ ਜੇ ਰੱਬ ਨੇ ਤੁਹਾਨੂੰ ਵਰਕ ਪਰਮਿਟ ਦੇਣਾ ਆ, ਅਤੇ ਫਿਰ ਭਾਵੇਂ ਅੱਗੇ ਗੋਰਾ ਬੈਠਾ ਭਾਵੇਂ ਕਾਲਾ ਬੈਠਾ, ਕੋਈ ਨਹੀਂ ਰੋਕ ਸਕਦਾ। ਅਤੇ ਜੇ ਨਹੀਂ ਦੇਣਾ, ਫਿਰ ਭਾਵੇਂ ਆਪਣੇ ਆਪਾਂ ਆਪ ਹੀ ਸਾਈਨ ਕਰਕੇ ਚੀਜ਼ ਲੈਣੀ ਹੋਵੇ, ਆਪਾਂ ਨੂੰ ਮਿਲ ਨਹੀਂ ਸਕਦੀ। ਇਸ ਕਰਕੇ ਰੱਬ ਨੂੰ ਧਿਆ ਕੇ ਜਾਓ, ਡਰੋ ਨਾ ਬਿਲਕੁਲ ਵੀ। ਆਪਣੀ ਵਧੀਆ ਜਾ ਕੇ ਇੰਟਰਵਿਊ ਦਿਓ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਦੂਜੀ ਗੱਲ ਦੇਖੋ, ਇੱਕ ਮੈਂ ਸਾਰੇ ਆਪਾਂ ਨੂੰ ਭੈਣ ਭਰਾ ਆ, ਮੈਂ ਇਸ ਦੇ ਨਾਤੇ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਵੀ ਆਪਾਂ ਚੰਗੇ ਕੰਮ ਕਰੀਏ, ਹਰ ਕਿਸੇ ਜਿਹਨੂੰ ਮਦਦ ਆ ਉਹਦੀ ਮਦਦ ਕਰੀਏ, ਕਿਸੇ ਦਾ ਹੱਕ ਨਾ ਰੱਖੀਏ, ਅਤੇ ਫਿਰ ਤੁਹਾਡਾ ਕੋਈ ਕੰਮ ਰੋਕ ਨਹੀਂ ਸਕਦਾ, ਕੋਈ ਕੰਮ ਨਹੀਂ ਰੋਕ। ਬਸ ਉਸ ਮਾਲਕ ਨੂੰ ਯਾਦ ਕਰੋ ਅਤੇ ਸਾਰੇ ਕੰਮ ਮਾਲਕ ਤੁਹਾਡੇ ਸਵਾਰੂਗਾ ਜੀ। ਤਾਂ ਵੀ ਜੇ ਕੋਈ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ, ਕਈ ਵਾਰੀ ਕੋਈ ਗਲਤ ਅੱਖਰ ਕਹਿ ਹੋ ਜਾਂਦਾ। ਵੈਸੇ ਤਾਂ ਮੈਂ ਆਪਣੇ ਵੱਲੋਂ ਬੜੀ ਟਰਾਈ ਕਰਦਾ ਵੀ ਸਾਰਾ ਕੁਝ ਸਹੀ ਦੱਸ ਸਕਾਂ ਤੁਹਾਨੂੰ, ਅਤੇ ਫਿਰ ਵੀ ਕੋਈ ਗਲਤੀ ਹੋਵੇ ਤਾਂ ਮੈਂ ਸੌਰੀ ਮੰਗਦਾ। ਸੈਕਿੰਡ ਥਿੰਗ, ਜੇ ਕੋਈ ਹੋਰ ਵੀ ਗੱਲ ਮੇਰੇ ਭੁੱਲ ਗਿਆ ਹੋਇਆ ਅਤੇ ਯਾਦ ਆਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਓਕੇ ਜੀ, ਹੁਣ ਲਈ ਫਿਰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।